ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸ ਟੈਟ, ਸੀ ਟੈਟ, ਮਾਸਟਰ ਕੇਡਰ, ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ 'ਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹਿੰਦੀਆਂ ਹੋਣੀਆਂ, ਕਾਫੀ ਕੁਝ ਸਿੱਖਣ ਨੂੰ ਮਿਲਦਾ ਹੋਊਗਾ। ਸੋ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਾਕੀ ਦੇ ਸਟੂਡੈਂਟਸ ਅੱਗੇ ਵਾਲੀਆਂ ਵੀਡੀਓ ਜਿਹੜੀਆਂ ਉਹ ਪਹੁੰਚਦੀਆਂ ਰਹਿਣ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਨੈਕਸਟ ਪਾਰਟ ਡਿਸਕਸ ਕਰਾਂਗੇ ਭਾਸ਼ਾ ਅਤੇ ਵਿਚਾਰ ਨੂੰ ਲੈ ਕੇ। ਸੋ ਲੈਂਗੁਏਜ ਐਂਡ ਥਾਟ। ਸੋ ਇਸ ਤੋਂ ਪਹਿਲਾਂ ਫਸਟ ਪਾਰਟ ਜਿਹੜਾ ਉਹ ਕੰਪਲੀਟ ਹੋ ਚੁੱਕਾ ਹੈ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ ਅੱਜ ਸੈਕੰਡ ਪਾਰਟ ਹੈ। ਸੋ ਇਹ ਚੈਪਟਰ ਜਿਹੜਾ ਕਲੋਜ਼ ਆਵੇਗਾ, ਛੋਟਾ ਜਾਗਾ। ਸੋ ਕਾਫੀ ਕੁਛ ਜਿਹੜਾ ਇਸ ਛੋਟੇ ਜਿਹੇ ਚੈਪਟਰ ਦੇ ਵਿੱਚ ਹੀ ਇਨਕਲੂਡ ਕੀਤਾ ਹੋਇਆ ਹੈ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੋ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸ਼ੁਰੂ ਕਰਦੇ ਹਾਂ ਸੈਸ਼ਨ ਇੱਦਾਂ। ਸੋ ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਭਾਸ਼ਾ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਹੋਂਦ ਦੇ ਵਿੱਚ ਆਉਂਦੀ ਹੈ, ਭਾਸ਼ਾ ਹੈ ਕੀ ਚੀਜ਼ ਹੈ ਔਰ ਉਸਦੀ ਕੀ ਇੰਪੋਰਟੈਂਸ ਹੈਗੀ ਇੱਕ ਬੱਚੇ ਦੇ ਲਈ, ਬੱਚਾ ਕਿਸ ਤਰੀਕੇ ਦੇ ਨਾਲ ਭਾਸ਼ਾ ਸਿੱਖਦਾ ਹੈ। ਇਹ ਆਪਾਂ ਲਾਸਟ ਪਾਰਟ ਦੇ ਵਿੱਚ ਗੱਲ ਕਰ ਲਿੱਤੀ ਸੀ। ਸੋ ਅੱਜ ਅਸੀਂ ਗੱਲ ਕਰਾਂਗੇ ਵੋਕੈਬਲਰੀ ਦੀ, ਕਿ ਜਦੋਂ ਬੱਚੇ ਦੀ ਜਿਹੜੀ ਭਾਸ਼ਾ ਉਹ ਡਿਵੈਲਪ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸਦੀ ਏਜ ਦੇ ਅਕੋਰਡਿੰਗ ਕਿੰਨੇ ਸ਼ਬਦ ਜਿਹੜੇ ਉਸਦੇ ਮਾਈਂਡ ਦੇ ਵਿੱਚ ਸੈੱਟ ਹੁੰਦੇ ਨੇ ਔਰ ਉਹਨਾਂ ਨੂੰ ਉਹ ਕਿਵੇਂ ਜਿਹੜਾ ਯੂਜ਼ ਕਰਦਾ ਹੈਗਾ। ਠੀਕ ਹੈ। ਸੋ ਇਸ ਪ੍ਰਤੀ ਸ਼ੁਰੂਆਤ ਕਰਦੇ ਹਾਂ ਕਿ ਜਿਹੜਾ ਬਾਲਕ ਹੈ ਉਸਦੇ ਸ਼ਬਦ ਭੰਡਾਰ ਜਿਹੜੇ ਉਹ ਕਿਸ ਤਰ੍ਹਾਂ ਦੇ ਹੁੰਦੇ ਹੈਗੇ ਨੇਗੇ। ਸੋ ਪਹਿਲਾਂ ਆ ਜਾਂਦਾ ਉਸਦੇ ਵਿੱਚ ਖਾਸ ਸ਼ਬਦ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਾਂ ਖਾਸ ਸ਼ਬਦਾਵਲੀ। ਇਹਦੇ ਵਿੱਚ ਸ਼ਿਸ਼ਟਾਚਾਰ ਨਾਲ ਸੰਬੰਧਿਤ ਹੈ, ਯਾਨੀ ਕਿ ਕੁਛ ਨਾ ਕਹਿ ਸਕਦੇ ਹਾਂ ਸ਼ਿਸ਼ਟਾਚਾਰ ਨੂੰ ਲੈ ਕੇ, ਸਮਾਜਿਕ ਸਹਿਹੋਂਦ ਨੂੰ ਲੈ ਕੇ ਜਿਹੜਾ ਇਸ ਦੇ ਵਿੱਚ ਸ਼ਬਦ ਹੁੰਦੇ ਨੇ, ਸਪੈਸ਼ਲੀ ਜਿਹੜੇ ਉਹ ਖਾਸ ਕੈਟਾਗਰੀ ਦੇ ਵਿੱਚ ਆਉਂਦੇ ਹੈਗੇ ਨੇਗੇ। ਇਸ ਤੋਂ ਇਲਾਵਾ ਕੁਝ ਸੀਕ੍ਰੇਟ ਲੈਂਗੁਏਜ ਜਿਹੜੀ ਹੁੰਦੀ ਹੈਗੀ ਜਿਹਨੂੰ ਗੁਪਤ ਕਹਿੰਦੇ ਨੇ। ਸੋ ਹਰ ਇੱਕ ਬੱਚੇ ਦੇ, ਹਰ ਇੱਕ ਪਰਸਨ ਦੇ ਨਾ ਕੁਛ ਜਿਹੜੇ ਸੀਕ੍ਰੇਟ ਲੈਂਗੁਏਜ ਜਾਂ ਵਰਡ ਹੁੰਦੇ ਨੇ ਜਿਨ੍ਹਾਂ ਨੂੰ ਉਹ ਆਪਣੀ ਲਾਈਫ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਪਰ ਯੂਜ਼ ਕਰਦਾ ਹੈ। ਸੋ ਇਸ ਦੇ ਵਿੱਚ ਦੂਸਰੀ ਹੈ ਬਦਤਮੀਜੀ। ਸੋ ਕੁਝ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਹੁਣ ਉਹ ਬਦਤਮੀਜੀ ਦੇ ਤਰੀਕੇ ਦੇ ਰੂਪ ਦੇ ਵਿੱਚ ਇਸਤੇਮਾਲ ਕਰਦਾ ਹੈ। ਕਿਸੇ ਨੂੰ ਕੋਈ ਬੈਡ ਸ਼ਬਦ ਬੋਲਣੇ ਜਾਂ ਕਿਸੇ ਨੂੰ ਗੁੱਸੇ ਨਾਲ ਕੁਛ ਕਹਿਣਾ, ਉਹ ਚੀਜ਼ ਇਸ ਦੇ ਵਿੱਚ ਇਨਕਲੂਡ ਆ ਜਾਂਦੀ ਹੈ। ਤਾਂ ਇਹ ਸ਼ਬਦਾਵਲੀ ਜਿਹੜੀ ਹੋਊਗੀ ਉਹ ਬਦਤਮੀਜੀ ਦੇ ਨਾਲ ਸੰਬੰਧਿਤ ਹੋਊਗੀ। ਇਹ ਖਾਸ ਦੇ ਅਧੀਨ ਹੋਊਗਾ, ਇਹ ਵੀ ਧਿਆਨ ਰੱਖਣਾ ਹੈ। ਠੀਕ ਹੈ। ਇਸ ਤੋਂ ਬਾਅਦ ਚੌਥੀ ਜਿਹੜੀ ਹੋਊਗੀ ਉਹ ਮਨੀ ਦੇ ਨਾਲ ਰਿਲੇਟਡ ਹੋਊਗੀ। ਸੋ ਪੈਸੇ ਨੂੰ ਲੈ ਕੇ 100 ਰੁਪਿਆ, 200 ਰੁਪਿਆ, 300, 10 ਰੁਪਏ, 20 ਰੁਪਏ, ਇਹ ਉਸ ਦੇ ਅਕੋਰਡਿੰਗ ਹੋਊਗਾ ਸੋ ਉਸ ਦੇ ਨਾਲ ਰਿਲੇਟਡ ਜਿਹੜੀ ਕਹਿ ਸਕਦੇ ਹਾਂ ਕਿ ਭਾਸ਼ਾ ਜਾਂ ਵੋਕੈਬਲਰੀ ਜਿਹੜੀ ਹੈ ਉਹ ਸ਼ਬਦ ਜਿਹੜੇ ਉਸ ਦੇ ਕੋਲੇ ਹੋਣਗੇ। ਇਸ ਤੋਂ ਬਾਅਦ ਰੰਗਾਂ ਦੇ ਨਾਲ ਹਰਾ, ਪੀਲਾ, ਕਾਲਾ, ਚਿੱਟਾ ਸੋ ਜਿੰਨੇ ਵੀ ਰੰਗ ਨੇ ਇਹਨਾਂ ਨਾਲ ਰਿਲੇਟਡ ਸ਼ਬਦ ਜਿਹੜੇ ਆ ਉਸ ਬੱਚੇ ਦੇ ਮਾਈਂਡ ਦੇ ਵਿੱਚ ਆਉਣਗੇ। ਇਹ ਵੀ ਇੱਕ ਸਪੈਸ਼ਲ ਕੈਟਾਗਰੀ ਦੇ ਅਧੀਨ ਹੀ ਆਉਣਗੇ। ਇਸ ਤੋਂ ਇਲਾਵਾ ਅੰਕਾਂ ਦੇ ਨਾਲ ਸੰਬੰਧਿਤ, ਯਾਨੀ ਕਿ 1, 2, 3 ਸੋ ਇਸ ਤਰ੍ਹਾਂ ਦੇ ਜਿਹੜੇ ਅੰਕ ਨੇ ਉਹਨਾਂ ਨੂੰ ਕਾਊਂਟ ਕਰਨ ਦੇ ਲਈ ਜਿਹੜਾ ਕਹਿ ਸਕਦੇ ਹੈਗੇ ਆ ਸ਼ਬਦਾਵਲੀ ਜਿਹੜੀ ਹੈ ਉਹ ਬਾਲਕ ਦੇ ਮਾਈਂਡ ਦੇ ਵਿੱਚ ਸੈੱਟ ਹੁੰਦੀ ਹੈ। ਇਸ ਤੋਂ ਬਾਅਦ ਕੁਝ ਸਮੇਂ ਦੇ ਨਾਲ ਸੰਬੰਧਿਤ ਜਿਹੜੇ ਸ਼ਬਦਾਵਲੀ ਹੁੰਦੀ ਹੈ। ਠੀਕ ਹੈ। ਯਾਨੀ ਕਿ ਅੱਧਾ ਘੰਟਾ, 2 ਘੰਟੇ, 3 ਘੰਟੇ, 1 ਦਿਨ, 1 ਸਾਲ, 1 ਮਹੀਨਾ, ਇਹ ਸਾਰਾ ਜਿਹੜਾ ਹੈ ਸਮੇਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਸੋ ਇਸ ਨਾਲ ਸੰਬੰਧਿਤ ਜਿਹੜੇ ਆ ਸ਼ਬਦ ਇਨਕਲੂਡ ਹੁੰਦੇ ਹੈਗੇ ਨੇਗੇ। ਇਸ ਤੋਂ ਬਾਅਦ ਵਾਕ ਨਿਰਮਾਣ। ਸੋ ਜਿਹੜਾ ਸੈਂਟੈਂਸ ਨੂੰ ਬਣਾਉਣ ਦੇ ਵਿੱਚ ਮਦਦ ਕਰਦੇ ਆ, ਫਾਰਮੇਸ਼ਨ ਕਰਨ ਦੇ ਵਿੱਚ ਮਦਦ ਮਿਲਦੀ ਹੈ। ਸੋ ਉਸ ਨਾਲ ਸੰਬੰਧਿਤ ਜਿਹੜੀ ਸ਼ਬਦਾਵਲੀ ਹੁੰਦੀ ਹੈਗੀ। ਇਸ ਤੋਂ ਇਲਾਵਾ ਇਸ ਦੇ ਵਿੱਚ ਸ਼ੁੱਧ ਉਚਾਰਨ ਵੀ ਸ਼ਾਮਿਲ ਹੈ, ਕਰੈਕਟ ਪ੍ਰੋਨਾਂਸੀਏਸ਼ਨ ਜਿਹੜੀ ਹੈ ਉਹ ਵੀ ਇਸ ਦੇ ਵਿੱਚ ਇਨਕਲੂਡ ਹੈ, ਜੋ ਕਿ ਖਾਸ ਸ਼ਬਦਾਵਲੀ ਦੇ ਅਧੀਨ ਆਉਂਦੀ ਹੈਗੀ। ਇਸ ਤੋਂ ਬਾਅਦ ਕੁਝ ਸਧਾਰਨ ਜਿਹੜੇ ਸ਼ਬਦੋ ਭੰਡਾਰ ਹੁੰਦੇ ਨੇ ਜਿਹੜੇ ਕਿ ਹਰ ਇੱਕ ਬੱਚੇ ਦੇ ਵਿੱਚ ਸੁਭਾਵਿਕ ਨੇ ਕਿ ਉਹ ਮਿਲਦੇ ਨੇ। ਸੋ ਇਹਨਾਂ ਦੇ ਵਿੱਚ ਜ਼ਿਆਦਾਤਰ ਸ਼ਬਦਾਂ ਨੂੰ ਜਿਹੜੇ ਕਹਿ ਸਕਦੇ ਕੁਝ ਕਮੀਆਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਹੁੰਦਾ ਹੈ। ਸੋ ਇਹਦੇ ਵਿੱਚ ਕੀ ਹੈ, ਭਾਸ਼ਾ ਜਾਂ ਬੋਲਚਾਲ ਦੇ ਜਿਹੜੇ ਸ਼ਬਦ ਨੇਗੇ ਸੋ ਸਪੀਚ ਡਿਫੈਕਟ ਜਿਹੜੇ ਨੇ ਉਹ ਆ ਜਾਂਦੇ ਹੈਗੇ ਨੇ। ਸ਼ਬਦ ਅਰਥ ਦੇ ਨਾਲ ਸੰਬੰਧਿਤ ਇਸ ਦੇ ਵਿੱਚ ਦੋਸ਼ ਜਿਹੜੇ ਇਨਕਲੂਡ ਹੁੰਦੇ ਹੈਗੇ ਨੇਗੇ। ਵਾਕ ਨਿਰਮਾਣ ਦੇ ਵਿੱਚ ਜਿਹੜੇ ਦੋਸ਼ ਹੁੰਦੇ ਹੈਗੇ ਨੇ, ਉਚਾਰਨ ਦੇ ਵਿੱਚ ਜਿਹੜਾ ਦੋਸ਼ ਹੁੰਦੇ ਹੈਗੇ ਨੇ, ਇਹ ਸਧਾਰਨ ਦੇ ਮੀਨਸ ਆਉਂਦੇ ਹੈਗੇ ਨੇਗੇ। ਸੌਰੀ, ਸੋ ਇਹ ਵਾਲਾ ਜਿਹੜਾ ਪੁਆਇੰਟ ਹੈ ਨਾ ਸਧਾਰਨ ਸ਼ਬਦ ਭੰਡਾਰ ਦੇ ਵਿੱਚ ਆਉਣਾ ਸੀ। ਸੋ ਇੱਧਰਲੀ ਸਾਈਡ ਤੁਸੀਂ ਇਨਕਲੂਡ ਕਰ ਲੈਣਾ ਇਸ ਨੂੰ। ਸੋ ਅਗਲੇ ਜਿਹੜੇ ਹੈ ਉਹ ਭਾਸ਼ਾ ਦੀਆਂ ਡਿਫੈਕਟਸ ਨੇਗੀਆਂ, ਜਿਵੇਂ ਕਿ ਸ਼ਬਦ ਨਾਲ ਸੰਬੰਧਿਤ ਜਿਹੜੇ ਕਹਿ ਸਕਦੇ ਅਰਥਾਂ ਨੂੰ ਲੈ ਕੇ ਜਿਹੜੀ ਮਿਸਟੇਕ ਹੁੰਦੀ ਹੈਗੀ ਆ। ਇਸ ਤੋਂ ਇਲਾਵਾ ਵਾਕ ਨਿਰਮਾਣ ਦੇ ਵਿੱਚ ਕਿਸੇ ਤਰ੍ਹਾਂ ਦਾ ਦੋਸ਼ ਪਾਇਆ ਜਾਣਾ, ਉਚਾਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਪਾਈ ਜਾਣੀ। ਠੀਕ ਹੈ। ਸੋ ਰੈੱਡ ਵਾਲਾ ਪੁਆਇੰਟ ਹੈ, ਪਲੀਜ਼ ਇਸ ਨੂੰ ਇਸ ਤਰ੍ਹਾਂ ਇਨਕਲੂਡ ਕਰ ਲਓ। ਬਾਈ ਮਿਸਟੇਕ ਜਿਹੜਾ ਹੈ ਉਹ ਹੈਡਿੰਗ ਦੇ ਰੂਪ ਦੇ ਵਿੱਚ ਇੱਧਰ ਚਲਾ ਗਿਆ ਹੈ। ਓਕੇ। ਸੋ ਨੈਕਸਟ ਹੈ
ਥਾਮਸਨ ਤੇ ਲਿਪਸਟ ਦੇ ਅਨੁਸਾਰ ਹਰ ਇੱਕ ਬੱਚੇ ਦੀ ਏਜ ਦੇ ਅਕੋਰਡਿੰਗ ਸ਼ਬਦਾਂ ਦਾ ਜਿਹੜਾ ਮੈਂਸ਼ਨ ਕੀਤਾ ਗਿਆ ਹੈ ਕਿ ਕਿੰਨੇ ਸ਼ਬਦ ਜਿਹੜਾ ਉਹ ਕ੍ਰੀਏਟ ਕਰ ਪਾਉਂਦਾ ਹੈਗਾ ਗਾ, ਕਿੰਨੇ ਸ਼ਬਦ ਜਿਹੜਾ ਉਹ ਕਿੰਨੇ ਸਮੇਂ ਦੇ ਦੌਰਾਨ ਸਿੱਖ ਲੈਂਦਾ ਹੈ। ਇਹ ਮੋਸਟ ਇੰਪੋਰਟੈਂਟ ਹੈ। ਪਹਿਲਾਂ ਆਪਾਂ ਕੁਛ ਕੁਐਸਚਨ ਇਸ ਟਾਈਪ ਦੇ ਕੀਤੇ ਵੀ ਹੋਏ ਨੇ। ਸੋ ਇਹ ਨਾ ਪੇਪਰ ਦੇ ਵਿੱਚ ਅਕਸਰ ਆਉਂਦਾ ਕਿ ਕਿੰਨੇ ਸ਼ਬਦ ਬੱਚਾ ਕਿੰਨੇ ਸਾਲ ਦੀ ਏਜ ਦੇ ਵਿੱਚ ਸਿੱਖ ਲੈਂਦਾ ਹੈ। ਸੋ ਪਹਿਲਾ ਹੈ ਕਿ 18 ਮਹੀਨਿਆਂ ਦਾ ਜਿਹੜਾ ਬਾਲਕ ਹੈ ਉਹ ਕਿੰਨੇ ਸ਼ਬਦ ਭੰਡਾਰ ਦਾ ਮਾਲਕ ਹੁੰਦਾ ਹੈ, ਤਾਂ 10 ਸ਼ਬਦ ਜਿਹੜੇ ਹੈ ਉਸਦੇ ਵਿੱਚ ਇਨਕਲੂਡ ਹੁੰਦੇ ਹੈਗੇ ਨੇਗੇ। ਇਸ ਤੋਂ ਬਾਅਦ 2 ਸਾਲਾਂ ਦਾ ਹੋ ਜਾਂਦਾ ਤਾਂ 2 ਸਾਲ ਦੇ ਦੌਰਾਨ ਉਸਦੇ ਸ਼ਬਦਾਂ ਦਾ ਜਿਹੜਾ ਭੰਡਾਰ ਆ ਉਹ 272 ਸ਼ਬਦ ਜਿਹੜੇ ਆ ਉਹ ਇਨਕਲੂਡ ਹੋ ਜਾਂਦੇ ਨੇ। ਸੋ ਸਾਰੇ ਸ਼ਬਦ ਜਿਹੜੇ ਉਸਦੇ ਮਾਈਂਡ ਦੇ ਵਿੱਚ ਸੈੱਟ ਹੋ ਜਾਂਦੇ ਨੇ। ਇਸ ਤੋਂ ਬਾਅਦ 2.5 ਸਾਲਾਂ ਦੀ ਏਜ ਦੇ ਦੌਰਾਨ 450 ਸ਼ਬਦ ਜਿਹੜੇ ਆ ਉਸਦੇ ਸ਼ਬਦ ਭੰਡਾਰ ਦੇ ਵਿੱਚ ਸ਼ਾਮਲ ਹੋ ਜਾਂਦੇ ਹੈਗੇ ਨੇ। ਤੀਸਰੇ ਸਾਲ ਜਿਹੜਾ ਹੈ 1000 ਸ਼ਬਦ ਜਿਹੜੇ ਆ ਉਸਦੇ ਮਾਈਂਡ ਸੈੱਟ ਦੇ ਵਿੱਚ ਸੈੱਟ ਹੋ ਜਾਂਦੇ ਹੈਗੇ ਨੇ। ਇਸ ਤੋਂ ਬਾਅਦ 3.5 ਸਾਲ ਦੀ ਏਜ ਦੇ ਵਿੱਚ ਜਿਹੜਾ ਹੈ 1250 ਸ਼ਬਦ ਉਹ ਸਿੱਖ ਲੈਂਦਾ ਹੈਗਾ ਗਾ, ਅਤੇ 4 ਸਾਲ ਦੀ ਏਜ ਦੇ ਵਿੱਚ 1600 ਸ਼ਬਦ ਜਿਹੜਾ ਉਸਦੇ ਮਾਈਂਡ ਦੇ ਵਿੱਚ ਸ਼ਬਦ ਭੰਡਾਰ ਦੇ ਰੂਪ ਦੇ ਵਿੱਚ ਵਿਕਸਿਤ ਹੋ ਚੁੱਕਿਆ ਹੁੰਦਾ ਹੈ। 4.5 ਸਾਲ ਦੀ ਏਜ ਦੇ ਵਿੱਚ 1900 ਸ਼ਬਦ ਜਿਹੜਾ ਉਹ ਸਿੱਖ ਲੈਂਦਾ ਹੈਗਾ ਗਾ, ਅਤੇ 5 ਸਾਲ ਦੀ ਏਜ ਦੇ ਵਿੱਚ 2100 ਸ਼ਬਦ ਜਿਹੜੇ ਉਹ ਸਿੱਖ ਲੈਂਦਾ ਹੈਗਾ ਗਾ, ਅਤੇ 6ਵੀਂ ਕਲਾਸ ਦੇ ਵਿੱਚ ਪੜ੍ਹਨ ਵਾਲਾ ਬਾਲਕ ਜਿਹੜਾ ਹੁੰਦਾ ਹੈ ਉਹ ਸਧਾਰਨ ਰੂਪ ਦੇ ਵਿੱਚ 50,000 ਦੇ ਕਰੀਬ ਸ਼ਬਦ ਜਿਹੜੇ ਆ ਉਹ ਗ੍ਰਹਿਣ ਕਰ ਚੁੱਕਿਆ ਹੁੰਦਾ ਹੈ, ਅਤੇ ਉਹਨਾਂ ਬਾਰੇ ਉਸਨੂੰ ਗਿਆਨ ਹੁੰਦਾ ਹੈਗਾ ਗਾ। ਜਦੋਂ ਹਾਈ ਸਕੂਲ ਦੇ ਵਿੱਚ ਚਲਾ ਜਾਂਦਾ ਹੈ ਤਕਰੀਬਨ ਉਸਦੇ 80,000 ਸ਼ਬਦ ਜਿਹੜੇ ਆ ਉਹ ਨਾ ਯਾਦ ਹੋ ਚੁੱਕੇ ਹੁੰਦੇ ਨੇ। ਇੰਨਾ ਭੰਡਾਰ ਜਿਹੜਾ ਉਹਨਾਂ ਕੋਲੇ ਸ਼ਾਮਲ ਹੋ ਚੁੱਕਿਆ ਹੁੰਦਾ ਹੈਗਾ ਗਾ। ਓਕੇ, ਸੋ ਇੱਕ ਚੀਜ਼ ਹੋਰ ਹੈ ਕਿ ਜਿਹੜੀਆਂ ਲੜਕੀਆਂ ਨੇ ਇਹ ਲੜਕਿਆਂ ਦੇ ਮੁਕਾਬਲੇ ਜਿਹੜੀਆਂ ਲੜਕੀਆਂ ਨੇ ਉਹਨਾਂ ਦਾ ਸ਼ਬਦ ਭੰਡਾਰ ਜਿਹੜਾ ਉਹ ਜ਼ਿਆਦਾ ਹੁੰਦਾ ਹੈ। ਕਾਰਨ ਹੈ ਕਿ ਲੜਕੀਆਂ ਜਿਹੜੀਆਂ ਉਹ ਜ਼ਿਆਦਾ ਗੱਲਾਂ ਕਰਦੀਆਂ ਨਾ, ਸੋ ਇਸ ਕਰਕੇ ਨਵੇਂ ਜਿਹੜੇ ਹੈ ਨਾ ਸ਼ਬਦ ਉਹਨਾਂ ਕੋਲ ਆਉਂਦੇ ਰਹਿੰਦੇ ਨੇ, ਜਿਸ ਕਾਰਨ ਕਰਕੇ ਉਹਨਾਂ ਦੀ ਜਿਹੜੀ ਸ਼ਬਦ ਭੰਡਾਰ ਵੀ ਉਹ ਜ਼ਿਆਦਾ ਨਿਕਲਦਾ ਹੈ। ਮੁੰਡੇ ਜ਼ਿਆਦਾਤਰ ਜਿਹੜਾ ਚੁੱਪ ਚਪੀਤੇ ਹੁੰਦੇ ਨੇ, ਜਿਸ ਕਾਰਨ ਕਰਕੇ ਉਹਨਾਂ ਦਾ ਸ਼ਬਦ ਭੰਡਾਰ ਜਿਹੜਾ ਉਹ ਘੱਟ ਰਹਿੰਦਾ ਹੈ। ਓਕੇ, ਸੋ ਇਹ ਜ਼ਰੂਰ ਯਾਦ ਰੱਖਣਾ ਹੈ। 10 ਸ਼ਬਦ 272 450 ਹੈ ਨਾ, ਇਹ ਬਹੁਤ ਇੰਪੋਰਟੈਂਟ ਨੇਗੇ। ਸੋ ਇਹਨਾਂ ਨੂੰ ਜ਼ਰੂਰ ਆਪਣੇ ਮਾਈਂਡ ਦੇ ਵਿੱਚ ਸੈੱਟ ਕਰ ਲੈਣਾ। ਨੈਕਸਟ ਹੈ ਸੋ ਆਮ ਭਾਸ਼ਾ ਜਾਂ ਬੋਲਣ ਦਾ ਜਿਹੜਾ ਵਿਕਾਰ ਹੈ। ਸੋ ਕੁਛ ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਵਿਕਾਰ ਜਾਂ ਡਿਫੈਕਟ ਜਿਹੜੇ ਕਿ ਬੋਲਣ ਲੱਗੇ ਜਿਹੜੇ ਬੱਚਿਆਂ ਨੂੰ ਸਮੱਸਿਆਵਾਂ ਆਉਂਦੀਆਂ ਨੇ। ਸੋ ਉਹਨਾਂ ਦੇ ਵਿੱਚ ਪਹਿਲਾ ਹੈ ਪ੍ਰਿਸ਼ਟ ਉਚਾਰਨ। ਸੋ ਲਿਪਿਸਟਿੰਗ ਜਿਹੜਾ ਕਹਿ ਦਿੰਦੇ ਹੈਗੇ ਨੇਗੇ। ਸੋ ਇਸ ਦੇ ਵਿੱਚ ਕੀ ਹੈ ਕਿ ਬੱਚਾ ਜਿਹੜਾ ਹੈ ਸ਼ੁਰੂਆਤ ਦੇ ਵਿੱਚ ਬੋਲਣ ਦੇ ਵਿੱਚ ਕਮੀ ਪਾਈ ਜਾਂਦੀ ਹੈ। ਪ੍ਰਿਸ਼ਟ ਉਚਾਰਨ ਮਤਲਬ ਕਿ ਖਰਾਬ ਉਚਾਰਨ ਆਪਾਂ ਕਹਿ ਸਕਦੇ ਹਾਂ ਨਾ। ਸੋ ਇਸ ਦੇ ਵਿੱਚ ਆ ਜਾਂਦਾ ਹੈ। ਇਹਦਾ ਕਾਰਨ ਕੀ ਰਹਿੰਦਾ ਹੈ? ਜਾਂ ਤਾਂ ਜਵਾੜਿਆਂ ਦਾ ਜਿਹੜਾ ਮੁੱਖ ਤੌਰ ਦੇ ਉੱਪਰ ਵਿਕਾਸ ਨਹੀਂ ਹੋਇਆ ਹੁੰਦਾ ਹੈਗਾ ਗਾ, ਠੀਕ ਆ, ਜਾਂ ਦੰਦਾਂ ਬੁੱਲਾਂ ਜਾਂ ਠੀਕ ਤਰ੍ਹਾਂ ਜਿਹੜੀ ਹੈ ਉਹਨਾਂ ਦੀ ਰਚਨਾ ਉਹ ਨਹੀਂ ਹੋ ਪਾਈ ਹੁੰਦੀ। ਸੋ ਇਸ ਕਾਰਨ ਕਰਕੇ ਜਿਹੜਾ ਬੱਚਿਆਂ ਦੇ ਵਿੱਚ ਪ੍ਰਿਸ਼ਟ ਉਚਾਰਨ ਸਹੀ ਤਰੀਕੇ ਦਾ ਉਚਾਰਨ ਜਿਹੜਾ ਉਹ ਨਹੀਂ ਹੋ ਪਾਉਂਦਾ। ਇਸ ਤੋਂ ਇਲਾਵਾ ਇਸ ਦੇ ਵਿੱਚ ਇੱਕ ਯੋਗਦਾਨ ਵੀ ਪਾਉਂਦੇ ਕਿ ਪਰਿਵਾਰਕ ਮੈਂਬਰਾਂ ਦੁਆਰਾ ਜਾਂ ਮਾਪਿਆਂ ਦੇ ਦੁਆਰਾ ਬਚਪਨ ਦੇ ਵਿੱਚ ਬੱਚਿਆਂ ਦੁਆਰਾ ਜੋ ਤੋਤਲੇਪਨ ਦੇ ਸ਼ਬਦ ਬੋਲੇ ਜਾਂਦੇ ਨੇ ਹੈ ਨਾ, ਸੋ ਠੀਕ ਸ਼ਬਦ ਨਹੀਂ ਹੁੰਦੇ, ਪਰ ਪਿਆਰ ਦੇ ਨਾਲ ਲਾਡ ਦੇ ਨਾਲ ਬੱਚਿਆਂ ਨੂੰ ਜਿਹੜਾ ਹੈ ਨਾ ਪੇਰੈਂਟਸ ਉਸੇ ਤਰੀਕੇ ਨਾਲ ਮੋਟੀਵੇਟ ਕਰਦੇ ਨੇ, ਬੱਚਾ ਉਸੇ ਸ਼ਬਦ ਨੂੰ ਉਵੇਂ ਹੀ ਸਿੱਖ ਲੈਂਦਾ। ਤਾਂ ਫਿਰ ਉਹ ਅੱਗੇ ਜਾ ਕੇ ਜਿਹੜਾ ਕਹਿ ਸਕਦੇ ਆ ਨਾ ਉਹ ਭ੍ਰਿਸ਼ਟ ਉਚਾਰਨ ਦੇ ਲਈ ਜ਼ਿੰਮੇਵਾਰ ਕਰਕੇ ਜਿਹੜਾ ਬਣ ਜਾਂਦਾ ਹੈ। ਸੋ ਪੇਰੈਂਟਸ ਨੂੰ ਚਾਹੀਦਾ ਹੁੰਦਾ ਹੈ ਕਿ ਉਹ ਹੈ ਨਾ ਇਸ ਦੀ ਕੇਅਰ ਕਰਨ, ਉਹਨੂੰ ਸਹੀ ਤਰੀਕੇ ਦੇ ਨਾਲ ਪ੍ਰੋਨਾਂਸੀਏਸ਼ਨ ਕਰਨ ਦੇ ਲਈ ਪ੍ਰੇਰਿਤ ਕਰਨ। ਪਰ ਕਈ ਪੇਰੈਂਟਸ ਜਿਹੜੇ ਹੁੰਦੇ ਨੇ ਉਹ ਇੱਕ ਹੈ ਨਾ ਲਾਲਚ ਦੇ ਵਿੱਚ ਜਾਂ ਕਹਿ ਸਕਦੇ ਨਾ ਤੁਤਲਾਪਨ ਸੁਣਨ ਦੇ ਲਈ ਬੱਚਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਐਕਟੀਵਿਟੀ ਕਰਨ ਦੇ ਲਈ ਪ੍ਰੇਰਿਤ ਕਰਦੇ ਹੈਗੇ ਨੇ। ਦੂਸਰਾ ਹੈ ਅਸਪਸ਼ਟ ਉਚਾਰਨ। ਸੋ ਜਦੋਂ ਬੱਚੇ ਜਿਹੜੇ ਆ ਅਸ਼ਪਟ ਬੋਲਦੇ ਹੈਗੇ ਨੇ ਤਾਂ ਇਸ ਕਿਸਮ ਦੀ ਵਿਕਾਰ ਨੂੰ ਭਾਸ਼ਾ ਵਿਕਾਰ ਦੇ ਰੂਪ ਦੇ ਵਿੱਚ ਐਕਸੈਪਟ ਕੀਤਾ ਜਾਂਦਾ ਹੈ। ਸੋ ਇਹ ਤਕਰੀਬਨ ਜਿਹੜਾ ਹੈ 5 ਸਾਲ ਦੀ ਉਮਰ ਤੱਕ ਰਹਿੰਦਾ ਹੈ, ਅਤੇ 5 ਸਾਲ ਤੋਂ ਬਾਅਦ ਇਹ ਸਪਸ਼ਟ ਜਿਹੜਾ ਉਚਾਰਨ ਹੁੰਦਾ ਉਸਦਾ ਉਹ ਤਕਰੀਬਨ ਆਪਣੇ ਆਪ ਜਿਹੜਾ ਕਹਿ ਸਕਦੇ ਹਾਂ ਠੀਕ ਹੋ ਜਾਂਦਾ ਹੈਗਾ ਗਾ। ਜਿਵੇਂ ਏਜ ਜ਼ਿਆਦਾ ਹੁੰਦੀ ਜਾਊਗੀ ਤਾਂ ਜਿਹੜੇ ਸ਼ਬਦ ਉਹ ਨਹੀਂ ਬੋਲ ਸਕਦਾ, ਪ੍ਰੈਕਟਿਸ ਦੇ ਥਰੂ ਹੌਲੀ ਹੌਲੀ ਉਸ ਦੇ ਵਿੱਚ ਇੰਪਰੂਵਮੈਂਟ ਆਉਂਦੀ ਹੈ ਅਤੇ ਉਹ ਬੋਲਣੇ ਸਿੱਖ ਜਾਂਦਾ ਹੈ। ਮੋਸਟਲੀ ਜਿਹੜਾ ਹੈ ਸਭ ਜਿਹੜਾ ਕਹਿ ਸਕਦੇ ਨਾ ਉਚਾਰਨ ਹੈ ਇਹ 5 ਸਾਲ ਦੀ ਏਜ ਤੱਕ ਹੀ ਚੱਲਦਾ ਹੈ। ਇਸ ਤੋਂ ਬਾਅਦ ਇਸ ਦੇ ਵਿੱਚ ਇੰਪਰੂਵਮੈਂਟ ਆਉਣੀ ਸ਼ੁਰੂ ਹੋ ਜਾਂਦੀ ਹੈ ਜਾਂ ਠੀਕ ਹੋ ਜਾਂਦਾ ਹੈ। ਨੈਕਸਟ ਹੈ ਤੁਤਲਾਣਾ। ਸੋ ਇਹ ਜਿਹੜੀ ਪ੍ਰਕਿਰਿਆ ਦੇਖਣ ਨੂੰ ਮਿਲਦੀ ਹੈ ਇਹ 2.5 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈਗੀ ਹੈ। ਇਹਦੀ ਸ਼ੁਰੂਆਤ ਹੁੰਦੀ ਹੈ ਬੱਚਾ ਜਿਹੜਾ ਤੁਤਲਾਣਾ ਸਲਟਰਿੰਗ ਜਿਹੜਾ ਕਰਦਾ ਹੈਗਾ ਗਾ। ਸੋ ਜਿਵੇਂ ਬੱਚੇ ਦੀ ਵਿਵਸਥਾ ਦੇ ਵਿੱਚ ਸੁਧਾਰ ਹੁੰਦਾ ਜਾਂਦਾ ਹੈ, ਏਜ ਵੱਧਦੀ ਜਾਂਦੀ ਹੈ, ਉਸ ਦੀ ਪ੍ਰੈਕਟਿਸ ਜ਼ਿਆਦਾ ਹੁੰਦੀ ਰਹਿੰਦੀ ਹੈ, ਜ਼ਿਆਦਾ ਵਾਰ ਰਿਪੀਟ ਕਰਦਾ ਹੈ, ਉਸੇ ਤਰੀਕੇ ਦੇ ਨਾਲ ਇਹ ਨੁਕਸ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਸੋ ਇਸ ਤੋਂ ਬਾਅਦ ਹੈ ਹਕਲਾਉਣਾ ਹੈ ਨਾ। ਸੋ ਇੱਕ ਆਮ ਪ੍ਰਕਿਰਿਆ ਹੈ। ਆਮ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਦੋਸਤ ਇਹੋ ਜਿਹੇ ਮਿਲਦੇ ਨੇ ਜਿਨ੍ਹਾਂ ਦੀ ਹੈ ਨਾ ਆਵਾਜ਼ ਹਕਲਾਉਂਦੀ ਹੈਗੀ ਆ ਕਿ ਹਕਲਾ ਕੇ ਜਿਹੜਾ ਬੋਲਦੇ ਹੈਗੇ ਨੇਗੇ, ਹੱਕ ਪਾਉਂਦੇ ਹੈਗੇ ਜਿਹਨੂੰ ਆਪਾਂ ਕਹਿ ਦਿੰਦੇ ਹੈ ਨਾ। ਸੋ ਇਹਦਾ ਕਾਰਨ ਕੀ ਮੰਨਿਆ ਜਾਂਦਾ ਹੈ ਕਿ ਬੱਚਿਆਂ ਦੇ ਵਿੱਚ ਜਾਂ ਤਾਂ ਡਰ ਹੁੰਦਾ ਹੈ ਜਾਂ ਘਬਰਾਹਟ ਹੁੰਦੀ ਹੈ। ਇਹ ਉਸ ਕਾਰਨ ਜਿਹੜੀ ਹੈ ਵਿਕਾਰ ਪੈਦਾ ਹੁੰਦਾ ਹੈ। ਕਈ ਵਾਰ ਤਾਂ ਕੀ ਹੁੰਦਾ ਹੈ ਕਿ ਟੀਚਰ ਜਿਹੜੇ ਉਹ ਜ਼ਿਆਦਾ ਡਰਾ ਦਿੰਦੇ ਨੇ,
ਕਈ ਵਾਰ ਕੀ ਹੁੰਦਾ ਪੇਰੈਂਟਸ ਦੇ ਵਿੱਚ ਮਾਹੌਲ ਇਹੋ ਜਿਹਾ ਹੁੰਦਾ ਹੈ, ਸੋ ਉੱਥੋਂ ਬੱਚਾ ਡਰ ਤੇ ਘਬਰਾਹਟ ਦੇ ਕਾਰਨ ਜਿਹੜਾ ਬੱਚਾ ਤੁਤਲਾ ਕੇ ਹਕਲਾ ਕੇ ਜਿਹੜਾ ਬੋਲਣਾ ਸ਼ੁਰੂ ਕਰ ਦਿੰਦਾ ਹੈ। ਸੋ ਇਸ ਤੋਂ ਇਲਾਵਾ ਇਸ ਦੇ ਵਿੱਚ ਇਹ ਹੁੰਦਾ ਕਿ ਕੁਝ ਸਵਰ ਯੰਤਰ ਜਿਹੜੇ ਕਿ ਆਵਾਜ਼ ਪੈਦਾ ਕਰਦੇ ਨੇ ਉਹਨਾਂ ਦੇ ਵਿੱਚ ਪ੍ਰੋਬਲਮ ਹੁੰਦੀ ਹੈਗੀ ਆ, ਗਲੇ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ, ਜੀਭ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ, ਫੇਫੜਿਆਂ ਅਤੇ ਬੁੱਲਾਂ ਦਾ ਜਿਹੜਾ ਉਹ ਸਹੀ ਸੰਤੁਲਨ ਨਹੀਂ ਬਣਦਾ। ਸੋ ਇਸ ਕਾਰਨ ਕਰਕੇ ਵੀ ਜਿਹੜੀ ਆਵਾਜ਼ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਆਉਂਦੀ। ਸੋ ਇਸ ਕਾਰਨ ਕਰਕੇ ਬੱਚਾ ਜਿਹੜਾ ਉਹ ਹਕਲਾਉਣਾ ਸ਼ੁਰੂ ਕਰ ਦਿੰਦਾ ਹੈਗਾ। ਇਸ ਤੋਂ ਬਾਅਦ ਟ੍ਰੈਵਸ ਜਿਹੜਾ ਹੈ ਉਸ ਦੇ ਅਕੋਰਡਿੰਗ ਕਿ ਹਕਲਾਉਣ ਦਾ ਕਾਰਨ ਜਿਹੜਾ ਉਹ ਦਿਮਾਗ ਦੇ ਵਿੱਚ ਸੁਣਨ ਅਤੇ ਭਾਸ਼ਾ ਦੇ ਕੇਂਦਰਾਂ ਦੀ ਭਟਕਣਾ ਹੈ। ਇਸ ਕਾਰਨ ਕਰਕੇ ਬੱਚਾ ਜਿਹੜਾ ਉਹ ਹਕਲਾਉਣਾ ਸ਼ੁਰੂ ਕਰ ਦਿੰਦਾ ਹੈ, ਮਤਲਬ ਕਿ ਬੱਚੇ ਦਾ ਜਿਹੜਾ ਮਾਈਂਡ ਹੈ ਉਹ ਸੁਣ ਨਹੀਂ ਪਾਉਂਦਾ ਸਹੀ ਤਰੀਕੇ ਦੇ ਨਾਲ, ਔਰ ਇਸ ਤੋਂ ਬਾਅਦ ਭਾਸ਼ਾ ਕੇਂਦਰਾਂ ਦਾ ਜਿਹੜਾ ਭਾਗ ਹੈ ਭਾਸ਼ਣ ਕੇਂਦਰ ਦਾ ਹੈ ਨਾ, ਉਸ ਦੇ ਉੱਪਰ ਭਟਕਣਾ ਹੋ ਜਾਂਦੀ ਹੈ, ਉਹ ਸਹੀ ਤਰੀਕੇ ਨਾਲ ਅਡਾਪਟ ਨਹੀਂ ਕਰ ਪਾਉਂਦਾ, ਜਿਸ ਕਾਰਨ ਕਰਕੇ ਭਾਸ਼ਾ ਹਕਲਾਉਣੀ ਸ਼ੁਰੂ ਹੋ ਜਾਂਦੀ ਹੈ ਜਾਂ ਬੋਲੀ ਜਿਹੜੀ ਹਕਲਾਉਣੀ ਸ਼ੁਰੂ ਕਰ ਦਿੰਦਾ ਹੈ ਬੰਦਾ। ਨੈਕਸਟ ਹੈ ਤੀਬਰ ਅਸਪਸ਼ਟ ਬਾਣੀ, ਸਪਸ਼ਟ ਬਾਣੀ। ਸੋ ਇਸ ਦੇ ਕਾਰਨ ਵੀ ਹੈ ਕਿ ਜਦੋਂ ਕੋਈ ਪਰਸਨ ਹੈ ਨਾ ਜਾਂ ਕੋਈ ਬੱਚਾ ਤੇਜ਼ੀ ਦੇ ਨਾਲ ਬੋਲਦਾ ਹੈ ਤਾਂ ਉਸ ਸਮੇਂ ਵੀ ਜਿਹੜੀ ਸਪਸ਼ਟਤਾ ਜਿਹੜੀ ਆਉਂਦੀ ਹੈਗੀ ਅਸਪਸ਼ਟ ਹੈ। ਸੋ ਹੈ ਨਾ ਬੱਚਾ ਜਿਵੇਂ ਤੇਜ਼ ਬੋਲਦਾ ਜਾਊਗਾ ਉਵੇਂ ਕੁਝ ਅਜਿਹੇ ਸ਼ਬਦ ਹੋਣਗੇ ਜਿਹੜੇ ਕਈ ਵਾਰ ਕਿਸੇ ਨੂੰ ਸਮਝ ਨਹੀਂ ਆਉਂਦੇ। ਸੋ ਇਹ ਕਾਰਨ ਹੋਊਗਾ। ਸੋ ਜਿੰਨਾ ਤੀਬਰ ਬੋਲੇਗਾ, ਜਿੰਨਾ ਤੇਜ਼ ਬੋਲੇਗਾ, ਉਨੀ ਹੀ ਭਾਸ਼ਾ ਜਿਹੜੀ ਹੈ ਉਹ ਸਮਝ ਘੱਟ ਲੱਗੇਗੀ। ਜਿੰਨਾ ਹੀ ਬੱਚਾ ਕੋਈ ਧੀਮੀ ਗਤੀ ਦੇ ਨਾਲ, ਮੱਧਮ ਦੇ ਨਾਲ ਹੈ ਨਾ ਬੋਲੇਗਾ, ਲੈਅ ਦੇ ਨਾਲ ਬੋਲੇਗਾ, ਉਨੀ ਹੀ ਜ਼ਿਆਦਾ ਉਹ ਸਮਝ ਆਵੇਗੀ। ਓਕੇ, ਨੈਕਸਟ ਹੈ ਸੋ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ। ਸੋ ਪਹਿਲਾਂ ਲਾਸਟ ਅਸੀਂ ਗੱਲ ਕੀਤੀ ਹੈ ਡਿਫੈਕਟਸ ਕਿ ਕਿਹੜੇ ਆ ਰੁਕਾਵਟਾਂ ਜਿਹੜੀਆਂ ਹੁੰਦੀਆਂ ਨੇਗੀਆਂ ਇੱਕ ਆਮ ਭਾਸ਼ਾ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਹੁਣ ਇਹ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਫੈਕਟ ਕਰਦੀਆਂ ਨੇ ਸਾਡੀ ਲੈਂਗੁਏਜ ਨੂੰ। ਸੋ ਪਹਿਲਾ ਹੈ ਪਰਿਪੱਕਤਾ, ਮੈਚਿਓਰਿਟੀ। ਸੋ ਇਹ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਵੇਂ ਸਾਡੇ ਸਰੀਰ ਦੇ ਭਾਗ ਸ਼ੁਰੂਆਤ ਦੇ ਵਿੱਚ ਨਾ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਉਂਦੇ, ਅਸੀਂ ਕਿਸੇ ਚੀਜ਼ ਨੂੰ ਨਹੀਂ ਪਕੜ ਪਾਉਂਦੇ, ਅਸੀਂ ਖੁਦ ਨਹੀਂ ਖੜ ਸਕਦੇ, ਖੁਦ ਨਹੀਂ ਚੱਲ ਸਕਦੇ, ਹੈ ਨਾ, ਕੋਈ ਵੀ ਕਾਰਜ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਸਾਡੇ ਅੰਗ। ਉਸੇ ਤਰੀਕੇ ਦੇ ਨਾਲ ਭਾਸ਼ਾ ਸੰਬੰਧੀ ਵੀ ਬੁੱਲ, ਜੀਭ, ਦੰਦ, ਫੇਫੜੇ ਅਤੇ ਉਚਾਰਨ ਯੰਤਰ ਅਤੇ ਦਿਮਾਗ ਦੇ ਵਿੱਚ ਜਿੰਨਾ ਟਾਈਮ ਪਰਿਪੱਕਤਾ ਨਹੀਂ ਆਉਂਦੀ ਉਨਾ ਟਾਈਮ ਭਾਸ਼ਾ ਵੀ ਜਿਹੜੀ ਹੈ ਉਹ ਡਿਵੈਲਪ ਨਹੀਂ ਹੁੰਦੀ ਹੈਗੀ। ਠੀਕ ਆ, ਮੀਨਸ ਕਿ ਇਹਨਾਂ ਦੇ ਵਿੱਚ ਵੀ ਪਰਿਪੱਕਤਾ ਆਉਣੀ ਜ਼ਰੂਰੀ ਹੈ, ਤਾਂ ਹੀ ਅਸੀਂ ਭਾਸ਼ਾ ਜਿਹੜੀ ਹੈ ਉਹ ਸਿੱਖ ਸਕਦੇ ਹਾਂ। ਜੇਕਰ ਇਹਨਾਂ ਦੇ ਵਿੱਚ ਪਰਿਪੱਕਤਾ ਨਹੀਂ ਆਵੇਗੀ ਤਾਂ ਅਸੀਂ ਭਾਸ਼ਾ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਸਿੱਖ ਸਕਦੇ। ਜਿਵੇਂ ਸਾਡਾ ਸਰੀਰ ਵਿਕਾਸ ਕਰਦਾ ਹੈ, ਸਾਡੇ ਵਿੱਚ ਪਰਿਪੱਕਤਾ ਆਉਂਦੀ ਹੈ, ਉਸੇ ਤਰੀਕੇ ਦੇ ਨਾਲ ਸਾਡੀ ਭਾਸ਼ਾ ਵੀ ਜਿਹੜੀ ਹੈ ਉਹ ਵਿਕਸਿਤ ਹੁੰਦੀ ਹੈ ਅਤੇ ਉਸ ਦੇ ਵਿੱਚ ਸਾਡੇ ਭਾਸ਼ਾ ਸੰਬੰਧੀ ਜਿਹੜੇ ਅੰਗ ਨੇ ਉਹ ਵਿਕਸਿਤ ਹੋ ਕੇ ਪੱਕ ਜਾਂਦੇ ਨੇ, ਪਰਿਪੱਕ ਹੋ ਜਾਂਦੇ ਨੇ ਅਤੇ ਸਾਨੂੰ ਭਾਸ਼ਾ ਨੂੰ ਬੋਲਣ ਦੇ ਵਿੱਚ ਮਦਦ ਕਰਦੇ ਹੈਗੇ ਨੇ। ਨੈਕਸਟ ਹੈ ਇੰਟੈਲੀਜੈਂਸੀ। ਸੋ ਇੰਟੈਲੀਜੈਂਸੀ ਵੀ ਜਿਹੜੀ ਹੈ ਬੁੱਧੀ ਨੂੰ, ਲੈਂਗੁਏਜ ਨੂੰ ਪ੍ਰਭਾਵਿਤ ਕਰਦੀ ਹੈ ਕਿ ਜਿਹੜੇ ਜ਼ਿਆਦਾ ਉੱਚੀ ਬੁੱਧੀ ਲਬਧੀ ਵਾਲੇ ਹੋ ਗਏ, ਜਿਨ੍ਹਾਂ ਦਾ IQ ਜਿਹੜਾ ਉਹ ਜ਼ਿਆਦਾ ਹੁੰਦਾ ਹੈ, ਸੋ ਉਹ ਘੱਟ IQ ਵਾਲੇ ਬੱਚਿਆਂ ਦੇ ਨਾਲੋਂ ਉਹਨਾਂ ਕੋਲ ਜ਼ਿਆਦਾ ਸ਼ਬਦ ਹੁੰਦੇ ਨੇ, ਜ਼ਿਆਦਾ ਬੋਲਣ ਵਾਲੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਸਪਸ਼ਟ ਬੋਲ ਸਕਦੇ ਹੈਗੇ ਨੇਗੇ, ਔਰ ਲੰਬੇ ਵਾਕ ਜਿਹੜੇ ਉਹਨਾਂ ਕੋਲ ਹੁੰਦੇ ਨੇ। ਜਿਨ੍ਹਾਂ ਬੱਚਿਆਂ ਦਾ IQ ਲੈਵਲ ਜ਼ਿਆਦਾ ਹੁੰਦਾ ਹੈ, ਜਿਨ੍ਹਾਂ ਦਾ ਲੋ ਹੋਵੇਗਾ ਉਹਨਾਂ ਦੇ ਕੋਲ ਘੱਟ ਸ਼ਬਦ ਹੋਣਗੇ, ਘੱਟ ਵਾਕ ਬਣਾਉਣ ਦੀ ਸਮਰੱਥਾ ਹੋਵੇਗੀ, ਔਰ ਉਹਨਾਂ ਕੋਲ ਸ਼ੁੱਧ ਉਚਾਰਨ ਦੀ ਯੋਗਤਾ ਵੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਹੱਦ ਤੱਕ ਨਹੀਂ ਹੁੰਦੀ। ਬਟ ਜਿਹੜੇ ਜ਼ਿਆਦਾ IQ ਵਾਲੇ ਹੋਣਗੇ, ਉੱਚ IQ ਵਾਲੇ ਹੋਣਗੇ, ਉਹਨਾਂ ਦੇ ਵਿੱਚ ਇਹ ਸਾਰੇ ਫੈਕਟਰ ਦੇਖਣ ਨੂੰ ਮਿਲਣਗੇ। ਠੀਕ ਹੈ, ਤਾਂ ਬੁੱਧੀ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਅਫੈਕਟ ਕਰਦੀ ਹੈ ਭਾਸ਼ਾ ਨੂੰ। ਨੈਕਸਟ ਹੈ ਸਿਹਤ। ਸੋ ਹੈਲਥ ਵੀ ਹੈ ਜਿਹੜੀ ਉਹ ਭਾਸ਼ਾ ਨੂੰ ਅਫੈਕਟ ਕਰਦੀ ਹੈ। ਸੋ ਇਸ ਦੇ ਲਈ ਹੈ ਕਿ ਜੇਕਰ ਕੋਈ ਬੱਚਾ ਹੈ ਨਾ ਛੋਟੀ ਉਮਰ ਦੇ ਵਿੱਚ, ਖਾਸ ਕਰਦੇ 2 ਸਾਲ ਦੀ ਉਮਰ ਤੱਕ ਜੇਕਰ ਕੋਈ ਬੱਚਾ ਛੋਟੀ ਏਜ ਦੇ ਵਿੱਚ ਬਿਮਾਰ ਰਹਿੰਦਾ ਹੈ, ਵੱਡੀ ਬਿਮਾਰੀ ਤੋਂ ਪੀੜਿਤ ਰਹਿੰਦਾ ਹੈ, ਤਾਂ ਉਸ ਦੇ ਵਿੱਚ ਵੀ ਮਾੜੀ ਸਿਹਤ ਅਤੇ ਅਭਿਆਸ ਨਾ ਹੋਣ ਕਾਰਨ ਕਰਕੇ ਉਸ ਦੇ ਵਿੱਚ ਭਾਸ਼ਾ ਸੰਬੰਧੀ ਜਿਹੜੇ ਵਿਗਾੜ ਆ ਉਹ ਪੈਦਾ ਹੋ ਸਕਦੇ ਨੇ, ਜਿਸ ਕਾਰਨ ਉਹ ਭਾਸ਼ਾ ਦੇ ਪੱਖ ਤੋਂ ਪਛੜ ਜਾਵੇਗਾ। ਠੀਕ ਹੈ, ਜੇਕਰ ਕਈ ਵਾਰ ਬਿਮਾਰ ਬੱਚਿਆਂ ਦੇ ਵਿੱਚ ਨਾ ਪ੍ਰੇਰਨਾ ਦੇ ਕੇ ਬੱਚੇ ਨੂੰ ਮੋਟੀਵੇਟ ਕਰਕੇ ਨਾ ਉਸਦੇ ਪੇਰੈਂਟਸ ਜਿਹੜੇ ਉਹ ਗਾਈਡੈਂਸ ਪ੍ਰੋਵਾਈਡ ਕਰਦੇ ਨੇ, ਤਾਂ ਬੱਚਾ ਉਸ ਭਾਸ਼ਾ ਨੂੰ ਜਲਦੀ ਸਿੱਖ ਵੀ ਲੈਂਦਾ ਹੈ। ਪਰ ਜੇਕਰ ਕਈ ਵਾਰ ਉਸ ਨੂੰ ਡੀਮੋਟੀਵੇਟ ਕਰ ਦਿੱਤਾ ਜਾਂਦਾ, ਪ੍ਰੇਰਨਾ ਨਹੀਂ ਦਿੱਤੀ ਜਾਂਦੀ, ਉਸ ਬੱਚੇ ਦੇ ਉੱਪਰ ਫੋਕਸ ਨਹੀਂ ਕੀਤਾ ਜਾਂਦਾ ਹੈ ਨਾ, ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਹੈ ਬੱਚਾ ਭਾਸ਼ਾ ਦੇ ਪੱਖ ਤੋਂ ਕਮਜ਼ੋਰ ਰਹਿ ਜਾਂਦਾ ਹੈ। ਨੈਕਸਟ ਹੈ ਲਿੰਗ, ਯਾਨੀ ਕਿ ਸੈਕਸ ਜਿਹੜਾ ਹੈ। ਸੋ ਮੈਕੈਨੀਕਲ ਦੇ ਅਕੋਰਡਿੰਗ ਜਿਹੜਾ ਹੈ ਕਿ ਹਰ ਉਮਰ ਦੇ ਲੜਕੇ ਭਾਸ਼ਾ ਦੇ ਵਿਕਾਸ ਦੇ ਵਿੱਚ ਕੁੜੀਆਂ ਤੋਂ ਪਛੜ ਕੇ ਹੀ ਰਹਿੰਦੇ ਹੈਗੇ ਨੇ। ਹਮੇਸ਼ਾ ਜਿਹੜੇ ਜੈਂਟਸ ਨੇ ਉਹਨਾਂ ਦੀ ਭਾਸ਼ਾ ਜਿਹੜੀ ਹੈ ਜਾਂ ਉਹਨਾਂ ਦਾ ਸ਼ਬਦ ਭੰਡਾਰਾ ਹੈ ਬਹੁਤ ਘੱਟ ਹੁੰਦਾ ਹੈ। ਕੁੜੀਆਂ ਜਿਹੜੀਆਂ ਇਸ ਗਿਣਤੀ ਦੇ ਵਿੱਚ, ਇਸ ਮਾਮਲੇ ਦੇ ਵਿੱਚ ਜਿਹੜੀਆਂ ਜ਼ਿਆਦਾ ਹੁੰਦੀਆਂ ਨੇ, ਸੋ ਉਹਨਾਂ ਕੋਲ ਸ਼ਬਦ ਭੰਡਾਰ ਵੀ ਜ਼ਿਆਦਾ ਹੁੰਦਾ ਹੈ, ਉਹਨਾਂ ਦੇ ਸ਼ਬਦਾਂ ਦੀ ਗਿਣਤੀ ਵੀ ਜ਼ਿਆਦਾ ਹੁੰਦੀ ਹੈ, ਉਹਨਾਂ ਦੇ ਸ਼ਬਦ ਦੀ ਚੋਣ ਅਤੇ ਵਾਕ ਦੀ ਵਰਤੋਂ ਆਹ ਜਿਹੜੀਆਂ ਨੇ ਉਹ ਸਾਰੀਆਂ ਕੀ ਲੜਕਿਆਂ ਦੇ ਨਾਲੋਂ ਵਧੀਆ ਮੰਨੀਆਂ ਜਾਂਦੀਆਂ ਨੇ, ਕਿਉਂਕਿ ਉਹ ਬੜੇ ਤਰੀਕੇ ਦੇ ਨਾਲ ਹੈ ਨਾ, ਅਕਸਰ ਅਸੀਂ ਦੇਖਦੇ ਹਾਂ ਨਾ, ਸੋ ਰਿਸੈਪਸ਼ਨ ਵਗੈਰਾ 'ਤੇ ਜਾਂ ਹੈ ਨਾ ਕਿਤੇ ਵੀ ਆਫਿਸ ਦੇ ਵਿੱਚ ਜ਼ਿਆਦਾਤਰ ਲੜਕੀਆਂ ਨੂੰ ਕਿਉਂਕਿ ਉਹਨਾਂ ਦੀ ਆਵਾਜ਼ ਦਾ ਜਿਹੜਾ ਫਰਕ ਹੁੰਦਾ ਨਾ,
बड़े शब्द होंगे ने, बड़े तरीके नाल गल कर सकते हैं। बट जेकर उत्थे जेंट्स बोलिया तो पता नहीं है ना किस तरीके नाल बोलता है। अक्सर तुसीं देखदे हो ना ऑफिस दे विच जां किते भी, तां जिहड़ियां लेडीज़ होंदे ने खास तौर दे उपर उन्हां कोले शब्द दे होण दे कारण ही ਉਹ ਇੱਕ ਵਧੀਆ ਤਰੀਕੇ ਦੇ ਨਾਲ ਟਰੀਟ ਕਰਦੇ ਹੈਗੇ ਨੇ, ਤਾਂ ਉਹਨਾਂ ਦੇ ਸ਼ਬਦ ਭੰਡਾਰ ਦਾ ਹੀ ਇਹ ਰਿਜ਼ਲਟ ਹੈਗਾ। ਸੋ ਜਿਹੜੀਆਂ ਕੁੜੀਆਂ ਨੇ ਉਹ ਮੁੰਡਿਆਂ ਦੇ ਨਾਲੋਂ ਜ਼ਿਆਦਾ ਜਲਦੀ ਬੋਲਣਾ ਸਿੱਖਦੀਆਂ ਨੇ ਅਤੇ ਜ਼ਿਆਦਾ ਵੀ ਬੋਲਦੀਆਂ ਹੈਗੀਆਂ ਨੇ, ਇਹ ਵੀ ਸੁਭਾਵਿਕ ਹੈ। ਨੈਕਸਟ ਹੈ ਸਮਾਜਿਕ ਸਿਖਲਾਈ ਦੇ ਅਵਸਰ, मतलब कि मौके है ना। सो अपॉर्चुनिटियाँ जिहड़ियां समाज उन्होंने किस तरह की अपॉर्चुनिटियाँ दिंदा हैगा गा, ये भी डिपेंड करता है कि उसके परिवार दे विच किन्ने मैंबर हैगे ने, है ना। जेकर परिवार वड्डा हैगा गा तो उत्थे जिहड़ा बच्चे वो जल्दी सीखना शुरू कर देंदे हैगे ने। जेकर परिवार जिहड़ा छोटा हैगा गा तो उत्थे सुभाविक है कि बच्चा जिहड़ा वो छेती सीखण तो सखना रह जाएगा। सो ना जेकर परिवार ਦੇ ਵਿੱਚ ਜ਼ਿਆਦਾ ਮੈਂਬਰ ਨੇ ਤਾਂ ਸੁਭਾਵਿਕ ਹੈ ਕਿ ਉਸ ਬੱਚੇ ਨੂੰ ਸਾਰੇ ਹੀ ਬੁਲਾਉਣਗੇ, ਜਿਸ ਕਾਰਨ ਕਰਕੇ ਉਸ ਦੇ ਨਾਲ ਵੱਧ ਤੋਂ ਵੱਧ ਗੱਲਾਂ ਹੋਣਗੀਆਂ ਅਤੇ ਬੱਚਾ ਉਹਨਾਂ ਨੂੰ ਨਕਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰੇਗਾ। ਪਰ ਜੇ ਪਰਿਵਾਰ ਛੋਟਾ ਹੈ, ਉਸ ਦੇ ਉੱਪਰ ਧਿਆਨ ਨਹੀਂ ਦੇ ਰਿਹਾ, ਤਾਂ ਸੁਭਾਵਿਕ ਹੈ ਕਿ ਬੱਚੇ ਨੂੰ ਬੋਲਣ ਦੇ ਵਿੱਚ ਦਿੱਕਤ ਆਵੇਗੀ, ਉਹ ਚੀਜ਼ਾਂ ਨੂੰ ਸਮਝਣ ਦੇ ਵਿੱਚ ਉਹਨੂੰ ਮਦਦ ਨਹੀਂ ਮਿਲੂਗੀ, ਹੈ ਨਾ। ਸੋ ਉਹ ਨਕਲ ਵੀ ਨਹੀਂ ਕਰ ਪਾਵੇਗਾ। ਸੋ ਇਸ ਲਈ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਪਰਿਵਾਰ ਦੇ ਵਿੱਚ फैमिली मैंबर घट ने तो बच्चे को अक्सर जो गुआढ़ियां के घरे जिन्हों के घर बच्चे होण उन्हां नाल छड्ड देना चाहिए, ताकि बच्चे आपस में कम्यूनीकेशन करके अपनी भाषा को जोड़ा है वो विकसित कर सकन, नकल करके उसनूं सीखना शुरू कर दें। ओके, नैक्सट है मार्गदर्शन। सो गाइडेंस भी जी जरूरी है। सो जेकर भाषा सिखानी है तो इस लिए है ना मापियां ते अध्यापक इन्हां सारिਆਂ ਨੂੰ ਜਿਹੜਾ है अगवाई करनी पवेगी बच्चों की, ताकि बच्चे ਜਿਹੜੇ ਉਹ जल्दी भाषा ਦੇ ਵਿੱਚ उन्नति हासिल कर लैण ਅਤੇ पेरेंट्स ਤੇ अध्यापक कुछ अजिहे मॉडल ਜਿਹੜੇ ਉਹਨਾਂ ਦੇ ਸਾਹਮਣੇ ਪੇਸ਼ ਕਰਨ ਜਿਹਦੇ ਨਾਲ ਉਹ ਜਲਦੀ ਤੋਂ ਜਲਦੀ ਭਾਸ਼ਾ ਨੂੰ ਗ੍ਰਹਿਣ ਕਰਕੇ ਆਪਣੀ ਜ਼ਿੰਦਗੀ ਦਾ ਪਾਰਟ ਬਣਾ ਲੈਣ। ਨੈਕਸਟ ਹੈ ਪ੍ਰੇਰਨਾ, ਮੋਟੀਵੇਸ਼ਨ ਵੀ ਇੱਕ ਜ਼ਰੂਰੀ ਹੈ। ਸੋ ਮਾਪਿਆਂ ਨੂੰ ਜਿਹੜਾ ਹਮੇਸ਼ਾ ਹੀ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਭਾਸ਼ਾ ਸਿੱਖਣ ਦੇ ਲਈ, ਹੈ ਨਾ। ਸੋ ਬੱਚੇ ਨੂੰ ਨਕਾਰਾਤਮਕ ਨਹੀਂ ਦੇਖਣਾ ਚਾਹੀਦਾ ਹੈ। ਸੋ ਉਸ ਨੂੰ ਇਸ਼ਾਰਿਆਂ ਦੇ ਨਾਲ ਜੋ ਵੀ ਹੈ ਨਾ ਜਾਂ ਰੋਕ ਕੇ ਬੱਚਾ ਅਕਸਰ ਜਿਹੜੀ ਚੀਜ਼ ਦੀ ਡਿਮਾਂਡ ਕਰਦਾ ਹੈ, अक्सर असीं देखते हैं ना कि जो बच्चा छोटा होंदा है तो वह कोई भी चीज़ की डिमांड लिए जां तो वह रोंदा हैगा जां फिर वह इशारा करता हैगा। तो इत्थे ਜਿਹੜੇ पेरेंट्स होंदे ने उन्होंने एक रोल अदा करना पैंदा है कि जो बच्चा इशारा करे जां रोवे तो उसनूं वो चीज़ जिहड़ी वो फौरन ना दी जाए, उसनूं कुछ समय बाद दी जाए, क्योंकि जेकर उसनूं चीज़ जल्दी दी जाएगी तो उत्थे वो चुप कर जाएगा और उसकी भाषा जिहड़ी वो डिवेलप नहीं हो पाएगी। पर जेकर उसनूं मौका दिता जाऊगा वो दोबारा चीकेगा तो उसके नाल हो सकता है कि उसके विच ना कुछ बोलण प्रति जिहड़ी प्रेरणा मिले, कुछ बोले, कुछ शब्द सीखे, तो अजिहे नाल जिहड़ा कह सकते हैं बच्चे नूं ज़्यादा भाषा सीखण दे विच मदद मिलती है, प्रेरणा जिहड़ी है वो मिलती हैगी। नैक्सट है समाजिक आर्थिक स्थिति। सो ये भी डिपेंड करता है ना, जिहड़े बच्चों की आर्थिक स्थिति होंदी है उन्होंने कोले ज़्यादा शब्दावली होगी, ज़्यादा जल्दी सीख लैणगे क्योंकि किसी तरह की कोई टेंशन नहीं होगी। दूसरे मुकाबले जिहड़े बच्चों का आर्थिक लेवल लो होगा तो वह भाषा के पक्ष तो पछड़ जाएंगे, क्योंकि ना ही कोई गाइड करने वाला है, ना ही कोई उन्होंने नाल गल्लां बातां करने वाला है। सो इस पक्ष तो जिहड़ा कह सकते हैं ना वो कई बार वीक भी रह जाते हैं। सो जिहड़े इकनॉमिक तौर के उपर ज़्यादा मजबूत होंदे ने वो भाषा जल्दी सीख लैंदे हैगे ने। नैक्सट है सरीरक सेहत ਅਤੇ ਸਰੀਰਕ ਢਾਂਚਾ। सो जिन्नी कह सकते हैं शरीर तंदुरुस्त होगा उन्ने ही साडे इमोशन जिहड़े ने वो जल्दी विकसित होणगे ਅਤੇ सानू सीखण दे लई जिहड़ा प्रेरित करनगे। सो ना मतलब साडी भाषा के विकास नूं प्रभावित करूगी साडे शरीर का जिहड़ा ढांचा है, जिहड़ी रचना है। सो ये रचना की गल करिए असीं तो जिवें उचारण अंग हो गए, तालू हो गया, जीभ हो गई, दंद हो गए, है ना। ये साडी बोलण की प्रक्रिया दे विच भाग लैंदे ने, इहदे थ्रू असीं बोल पाउने हैगे आ। जे साडे ये उचारण के अंग सही तरीके नाल काम करते होणगे तो असीं ऑटोमैटिकली है कि साडा शरीर तंदुरुस्त भी होवेगा और साडे शरीर का ढांचा भी होवेगा, तद ही असीं सही तरीके दे नाल भाषा जिहड़ी वो बोल सकांगे। जेकर साडे विच इन्हां दी कमी पाई जांदी है, असीं सरीरक तौर पर बीमार हाँ जां साडा सरीरक ढांचा जो बोलण वाले अंग ने, उचारण ने वो सही नहीं है तो साडी भाषा पछड़ी रह जाऊगी। ओके, नैक्सट है व्यक्तिगत अंतर। सो ये भी सुभाविक है कि कोई बच्चे जिहड़े है ना उत्साह वाले होंदे ने ते जल्दी सीख जाते हैं भाषा, और कुछ बच्चे जिहड़े उत्साहित नहीं होंदे, जिन्हां नूं उत्साह नहीं मिलता, वो इस पक्ष तो पछड़े रह जाते हैं, जिस कारण करके वो भाषा दे विच जल्दी एंटर नहीं हो सकते जां भाषा का विकास नहीं कर पाउंदे हैगे। सो कई भाषावां की वरतों एक भी मेन कारण है कि कई बच्चों के जिहड़े मापे होंदे ने बहुत सारियां भाषावां बोल रहे होंदे ने। जदों बहुत सारियां भाषावां बोलते हैं तो एक बच्चे के लिए वो कन्फ्यूजन जिहड़ी हो जाती हैगी, वो कन्फ्यूजन के कारण बच्चा जिहड़ा है किसी भी भाषा नूं जिन्नियां भी वो बोल रहे हैं उन्हां दे विचों किसी नूं भी सही तरीके दे नाल प्रॉपर नहीं सीख पाउंदा, जिस कारण करके उसका लैंगुएज डिवेलपमेंट जिहड़ी है वो प्रक्रिया स्लो पै जाती हैगी। ठीक है, जेकर पेरेंट्स एक शब्द बोल रहे हैं एक भाषा बोल रही है तो सुभाविक है कि है ना वो उस भाषा नूं जल्दी सीख लवेगा। बट जेकर पेरेंट्स डेली कोई नवा वर्ड लेके आउंदे ने, है ना, डेली नवीं भाषा चूज कर लेंदे तो उहदे नाल बच्चों नूं सीखण दे विच
ਪ੍ਰੋਬਲਮ ਜਿਹੜੀ ਆਵੇਗੀ। ਨੈਕਸਟ ਹੈ ਪਰਿਵਾਰਿਕ ਸੰਬੰਧ। ਸੇ ਵੀ ਡਿਪੈਂਡ ਕਰਦਾ ਹੈ ਕਿ ਸਾਡੇ ਪਰਿਵਾਰਕ ਸੰਬੰਧ ਕਿਹੋ ਜਿਹੇ ਨੇ, ਅਸੀਂ ਪਰਿਵਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿੰਦੇ ਹਾਂ, ਪਰਿਵਾਰ ਸਾਨੂੰ ਸਪੋਰਟ ਕਰਦਾ ਹੈ ਜਾਂ ਨਹੀਂ ਕਰਦਾ, ਹੈ ਨਾ। ਸੋ ਇਹ ਵੀ ਰਹੂਗਾ। ਜੇ ਚੰਗੇ ਸੰਬੰਧ ਨੇ ਤਾਂ ਸਹੀ ਹੈ ਕਿ ਭਾਸ਼ਾ ਜਿਹੜੀ ਉਹ ਜ਼ਿਆਦਾ ਡਿਵੈਲਪ ਹੋਵੇਗੀ, ਕਿਉਂਕਿ ਸਾਰੇ ਇੱਕ ਦੂਸਰੇ ਦੇ ਨਾਲ ਕਮਿਊਨੀਕੇਸ਼ਨ ਕਰਨਗੇ। ਜੇਕਰ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ, ਪਰਿਵਾਰ ਦਾ ਆਕਾਰ ਛੋਟਾ ਹੈ, ਆਕਾਰ ਵੱਡਾ ਹੈ, ਇਹ ਚੀਜ਼ਾਂ ਵੀ ਜਿਹੜੀਆਂ ਉਹ ਕਿਤੇ ਨਾ ਕਿਤੇ ਫਿਰ ਅਫੈਕਟ ਕਰਦੀਆਂ ਭਾਸ਼ਾ ਸਿੱਖਣ ਦੇ ਵੱਲ ਨੂੰ। ਠੀਕ ਹੈ ਜੀ। ਨੈਕਸਟ ਹੈ ਬੱਚੇ ਦੀ ਭਾਸ਼ਾ ਦੇ ਵਿੱਚ ਸੁਧਾਰ ਦੇ ਲਈ ਸੁਝਾਅ ਕੀ ਹੋ ਸਕਦੇ ਨੇ। ਸੋ ਕੀ ਕਿਸ ਕਰ ਸਕਦੇ ਹਾਂ ਕਿ ਬੱਚਿਆਂ ਦੀ ਭਾਸ਼ਾ ਨੂੰ ਇੰਪਰੂਵਮੈਂਟ ਕੀਤਾ ਜਾ ਸਕੇ। ਇਸ ਲਈ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਉਮਰ ਦੇ ਬੱਚਿਆਂ ਦੇ ਵਿੱਚ ਰੱਖਿਆ ਜਾਣਾ ਚਾਹੀਦਾ, ਤਾਂ ਕਿ ਬੱਚੇ ਉਹ ਆਪਣੀ ਹਮ ਉਮਰ ਦੇ ਬੱਚਿਆਂ ਦੇ ਨਾਲ ਗੱਲਾਂ ਕਰਨ ਦੇ ਲਈ ਉਤਸ਼ਾਹਿਤ ਹੋਣ ਅਤੇ ਜੋ ਸ਼ਬਦ ਉਹ ਬੋਲਦੇ ਨੇ, ਹੈ ਨਾ, ਸੋ ਨਵੇਂ ਵਰਡ ਉਹ ਸਿੱਖਣ ਅਤੇ ਇੱਕ ਦੂਸਰੇ ਦੀ ਨਕਲ ਕਰਕੇ ਸ਼ਬਦਾਂ ਦਾ ਉਚਾਰਨ ਕਰਦੇ ਹੈਗੇ ਨੇ। ਇਸ ਤੋਂ ਇਲਾਵਾ ਬੱਚਿਆਂ ਦਾ ਭਾਸ਼ਾ ਦੇ ਵੱਲ ਧਿਆਨ ਖਿੱਚਣ ਦੇ ਲਈ ਉਹਨਾਂ ਵਿੱਚ ਭਾਸ਼ਾ ਲਈ ਰੁਚੀ ਜਿਹੜੀ ਪੈਦਾ ਕਰਨੀ ਚਾਹੀਦੀ ਹੈ। ਇਹ ਪੇਰੈਂਟਸ ਵੀ ਯੋਗਦਾਨ ਪਾ ਸਕਦੇ ਨੇ ਅਤੇ ਅਧਿਆਪਕ ਵੀ ਯੋਗਦਾਨ ਇਸ ਦੇ ਵਿੱਚ ਪਾ ਸਕਦੇ ਨੇ। ਸੋ ਬੱਚਿਆਂ ਦੀ ਦੋਸ਼ਪੂਰਨ ਬੋਲੀ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ, ਤਾਂ ਕਿ ਬੱਚਿਆਂ ਦੇ ਵਿੱਚ ਭਾਸ਼ਾ ਬੋਲਣ ਪ੍ਰਤੀ ਆਤਮ ਵਿਸ਼ਵਾਸ ਜਾਗਰਿਤ ਹੋ ਸਕੇ। ਹੈ ਨਾ, ਇਹ ਨਾ ਹੋਵੇ ਕਿ ਜੇਕਰ ਕੋਈ ਬੱਚਾ ਗਲਤ ਬੋਲ ਰਿਹਾ ਉਸ ਦੀ ਆਲੋਚਨਾ ਕੀਤੀ ਹੈ, ਤੂੰ ਐਂ ਬੋਲਦਾ, ਇੱਦਾਂ ਬੋਲਦਾ ਨਾ। ਸੋ ਆਪਾਂ ਅਕਸਰ ਗੱਲ ਕਰਦੇ ਹੈਗੇ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਬੱਚੇ ਨੂੰ ਮੋਟੀਵੇਟ ਕਰਦੇ ਰਹੋ ਤਾਂ ਇਸ ਤਰੀਕੇ ਨਾਲ ਬੱਚਾ ਜਾਗਰਿਤ ਹੋ ਕੇ ਸਿੱਖਣ ਦੀ ਜਿਹੜੀ ਹੈ ਕੋਸ਼ਿਸ਼ ਕਰੂਗਾ। ਬੱਚਿਆਂ ਨੂੰ ਸਖਤ ਨਿਯੰਤਰਣ ਦੇ ਵਿੱਚ ਨਹੀਂ ਰੱਖਣਾ ਚਾਹੀਦਾ, ਖੁੱਲ੍ਹੇ ਮਾਹੌਲ ਦੇ ਵਿੱਚ ਰੱਖਿਆ ਜਾਵੇ ਜਿੱਥੇ ਉਹ ਬੋਲਣ ਦੀ ਆਜ਼ਾਦੀ ਹੋਵੇ। ਇਹਦੇ ਨਾਲ ਵੀ ਜਿਹੜਾ ਬੱਚਾ ਉਹ ਜ਼ਿਆਦਾ ਭਾਸ਼ਾ ਡਿਵੈਲਪ ਕਰ ਪਾਵੇਗਾ। ਜਿਨ੍ਹਾਂ ਬੱਚਿਆਂ ਦੇ ਵਿੱਚ ਭਾਸ਼ਾ ਵਿੱਚ ਨੁਕਸ ਹੈ ਉਹਨਾਂ ਦਾ ਮਖੌਲ ਨਹੀਂ ਉਡਾਉਣਾ ਚਾਹੀਦਾ, ਇਹ ਵੀ ਇੱਕ ਫੈਕਟਰ ਰਹੂਗਾ। ਬੱਚਿਆਂ ਦੇ ਵਿੱਚ ਚੰਗੀ ਬੋਲੀ ਦੇ ਵਿਕਾਸ ਲਈ ਉਹਨਾਂ ਦੇ ਸਾਹਮਣੇ ਚੰਗੀ ਭਾਸ਼ਾ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਬੱਚੇ ਉਹਨਾਂ ਵਾਕਾਂ ਦੀ ਨਕਲ ਕਰਕੇ ਉਸ ਦਾ ਉਚਾਰਨ ਜਿਹੜਾ ਉਹ ਕਰ ਸਕਣ। ਓਕੇ, ਨੈਕਸਟ ਹੈ ਭਾਸ਼ਾ ਸਿੱਖਣ ਦੇ ਸਾਧਨ। ਸੋ ਭਾਸ਼ਾ ਕਿਹੜੇ ਸਾਧਨਾਂ ਰਾਹੀਂ ਸਿੱਖੀ ਜਾਂਦੀ ਹੈਗੀ ਨਕਲ ਕਰਕੇ। ਇਹ ਸਭ ਤੋਂ ਇੰਪੋਰਟੈਂਟ ਹੈ ਨਾ। ਸੋ ਭਾਸ਼ਾ ਹਮੇਸ਼ਾ ਹੀ ਮੰਨਿਆ ਜਾਂਦਾ ਹੈ ਕਿ ਨਕਲ ਦੇ ਥਰੂ ਹੀ ਸਿੱਖੀ ਜਾਂਦੀ ਹੈਗੀ। ਇਸ ਤੋਂ ਇਲਾਵਾ ਖੇਡਾਂ ਦੇ ਦੌਰਾਨ ਵੀ ਜਿਹੜਾ ਹੈ ਨਾ ਬਹੁਤ ਸਾਰੀ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਇੱਕ ਦੂਸਰੇ ਦੇ ਪ੍ਰਤੀ, ਉੱਥੇ ਵੀ ਜਿਹੜੀ ਭਾਸ਼ਾ ਉਹ ਡਿਵੈਲਪ ਹੁੰਦੀ ਹੈਗੀ। ਇਸ ਤੋਂ ਇਲਾਵਾ ਕਹਾਣੀਆਂ ਸੁਣਨਾ, ਗੱਲਾਂ ਬਾਤਾਂ ਕਰਨਾ, ਹੈ ਨਾ, ਸੋ ਕਮਿਊਨੀਕੇਸ਼ਨ ਕਰਨਾ ਇੱਕ ਦੂਸਰੇ ਦੇ ਨਾਲ, ਅਤੇ ਪ੍ਰਸ਼ਨ ਉੱਤਰ ਦੀ ਜਿਹੜੀ ਪ੍ਰਕਿਰਿਆ ਰਹਿੰਦੀ ਹੈਗੀ ਆ। ਸੋ ਇਹ ਜਿਹੜੇ 5 ਫੈਕਟਰ ਨੇ ਜਿਹੜੇ ਕਿ ਭਾਸ਼ਾ ਦੇ ਸਾਧਨ ਨੇ ਸਿੱਖਣ ਦੇ। ਸੋ ਇਹਨਾਂ ਦੇ ਥਰੂ ਅਕਸਰ ਬੱਚਾ ਜਿਹੜਾ ਉਹ ਆਪਣੇ ਸ਼ਬਦਾਂ ਨੂੰ ਕ੍ਰੀਏਟ ਕਰਦਾ ਹੈ, ਆਪਣੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਕਰਦਾ ਹੈ। ਨੈਕਸਟ ਹੈ ਵਿਚਾਰ। ਸੋ ਪਹਿਲਾਂ ਅਸੀਂ ਗੱਲ ਕੀਤੀ ਹੈ ਭਾਸ਼ਾ ਦੀ। ਨੈਕਸਟ ਹੈ ਥਾਟ। ਸੋ ਮਤਲਬ ਜਦੋਂ ਸਾਨੂੰ ਭਾਸ਼ਾ ਆਉਂਦੀ ਹੋਊਗੀ ਇਸ ਤੋਂ ਬਾਅਦ ਹੀ ਸਾਡੇ ਨਾ ਜਿਹੜੇ ਥਾਟ ਆ ਉਹ ਪ੍ਰੈਜ਼ੈਂਟ ਕਰ ਪਾਵਾਂਗੇ ਭਾਸ਼ਾ ਦੇ ਨਾਲ। ਸੋ ਜੇਕਰ ਸਾਡੇ ਕੋਲ ਥਾਟ ਹੈਗੇ ਨੇ ਪਰ ਭਾਸ਼ਾ ਨਹੀਂ, ਤਾਂ ਅਸੀਂ ਉਸ ਦਾ ਨਾ ਕਮਿਊਨੀਕੇਸ਼ਨ ਨਹੀਂ ਕਰ ਪਾਵਾਂਗੇ, ਅਸੀਂ ਸ਼ੇਅਰ ਨਹੀਂ ਕਰ ਪਾਵਾਂਗੇ। ਸੋ ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਸਾਡੇ ਕੋਲ ਭਾਸ਼ਾ ਹੋਵੇ, ਉਸ ਤੋਂ ਬਾਅਦ ਅਸੀਂ ਵਿਚਾਰ ਜਾਂ ਥਾਟ ਬਣਾ ਕੇ ਇਸ ਦੂਸਰੇ ਦੇ ਨਾਲ ਸ਼ੇਅਰ ਕਰ ਪਾਵਾਂਗੇ। ਓਕੇ, ਸੋ ਇਹੀ ਪ੍ਰਕਿਰਿਆ ਇਸ ਦੇ ਵਿੱਚ। ਸੋ ਭਾਸ਼ਾ ਜਿਹੜੀ ਹੈ ਉਹ ਸੰਚਾਰ ਦੇ ਦੁਆਰਾ ਬੱਚਾ ਨਵੇਂ ਪ੍ਰਗਟਾਅ, ਦ੍ਰਿਸ਼ਟੀਕੋਣ, ਸੂਚਨਾ, ਵਿਵਹਾਰ ਅਤੇ ਹੁਨਰ ਆਦਿ ਸਿੱਖਣ ਦੀ ਜਿਹੜੀ ਕੋਸ਼ਿਸ਼ ਕਰਦਾ ਹੈ। ਇਹ ਭਾਸ਼ਾ ਸੰਸਾਰ ਦੇ ਨਾਲ ਹੀ ਸੰਭਵ ਹੋਏਗਾ, ਫਿਰ ਇਸ ਤੋਂ ਬਾਅਦ ਹੀ ਜਿਹੜੇ ਵਿਚਾਰ ਆ ਹੋਂਦ ਦੇ ਵਿੱਚ ਆਉਂਦੇ ਨੇ। ਇਹ ਪ੍ਰਕਿਰਿਆ ਤਾਂ ਹੀ ਸੰਭਵ ਹੈ ਜਦੋਂ ਅਧਿਆਪਕ ਅਤੇ ਬੱਚੇ ਨੂੰ ਉਸ ਭਾਸ਼ਾ ਦਾ ਜਿਹੜਾ ਗਿਆਨ ਹੁੰਦਾ ਹੈ। ਠੀਕ ਹੈ, ਜਾਣੀ ਕਿ ਬੱਚੇ ਨੂੰ ਵੀ ਗਿਆਨ ਹੋਵੇ, ਅਧਿਆਪਕ ਨੂੰ ਵੀ ਹੋਵੇ, ਤਦ ਹੀ ਇਸ ਚੀਜ਼ ਦੇ ਵਿੱਚ ਜ਼ਿਆਦਾ ਜਿਹੜਾ ਵਿਕਾਸ ਹੋ ਪਾਏਗਾ। ਜੇਕਰ ਇੱਕ ਨੂੰ ਹੋਵੇਗਾ, ਮਤਲਬ ਅਧਿਆਪਕ ਨੂੰ ਹੋਵੇ ਅਤੇ ਬੱਚੇ ਨੂੰ ਨਾ ਹੋਵੇ, ਤਾਂ ਅਜਿਹੀ ਪ੍ਰਕਿਰਿਆ ਦੇ ਵਿੱਚ ਨਾ ਵਿਕਾਸ ਹੋਣਾ ਸੰਭਵ ਨਹੀਂ ਹੈ। ਸੰਚਾਰ ਨੂੰ ਸਮਝਣ ਤੋਂ ਬਾਅਦ ਬੱਚਾ ਵਿਚਾਰ ਦੇ ਰੂਪ ਵਿੱਚ ਆਪਣੀ ਪ੍ਰਤੀਕਿਰਿਆ ਜਿਹੜੀ ਜ਼ਾਹਿਰ ਕਰਦਾ ਹੈ। ਸੋ ਗੱਲ ਦੱਸ ਚੁੱਕਿਆ ਮੈਂ ਕਿ ਪਹਿਲਾਂ ਬੱਚਾ ਜਿਹੜਾ ਭਾਸ਼ਾ ਸਿੱਖੇਗਾ, ਭਾਸ਼ਾ ਗ੍ਰਹਿਣ ਕਰਨ ਤੋਂ ਬਾਅਦ ਉਸਦੇ ਮਾਈਂਡ ਦੇ ਵਿੱਚ ਕੁਝ ਥਾਟ ਆਉਣਗੇ, ਫਿਰ ਉਹਨਾਂ ਨੂੰ ਉਹ ਸ਼ੇਅਰ ਕਰਨ ਦੇ ਲਈ ਜਿਹੜਾ ਹੈ ਫਿਰ ਭਾਸ਼ਾ ਦਾ ਇਸਤੇਮਾਲ ਜਿਹੜਾ ਹੈ ਉਹ ਕਰਦਾ ਹੈ। ਓਕੇ, ਸੋ ਵਿਚਾਰਾਂ ਦੀਆਂ ਕਿਸਮਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹੈਗੀਆਂ ਨੇ। ਸੋ ਪਹਿਲਾ ਹੈ ਸ਼ਾਬਦਿਕ ਵਿਚਾਰ। ਸੋ ਇਸ ਦੇ ਅਧੀਨ ਮੌਖਿਕ ਵਿਚਾਰ ਹੋ ਜਾਂਦੇ ਹੈਗੇ ਨੇਗੇ। ਠੀਕ ਹੈ, ਦ੍ਰਿਸ਼ਟੀ ਵਿਚਾਰ ਹੋ ਗਏ, ਮੌਖਿਕ ਦ੍ਰਿਸ਼ਟੀ ਵਿਚਾਰ ਹੋ ਗਏ ਔਰ ਲਿਖਤੀ ਵਿਚਾਰ ਹੋ ਗਏ। ਇਸ ਤੋਂ ਇਲਾਵਾ ਆਸ਼ਬਦਿਕ ਵਿਚਾਰ, ਇਹਨਾਂ ਦੇ ਵਿੱਚ ਸਰੀਰਕ ਭਾਸ਼ਾ ਹੋ ਗਈ ਔਰ ਕੋਡ ਜਿਹੜੇ ਇਸ ਦੇ ਵਿੱਚ ਸ਼ਾਮਲ ਆ ਜਾਂਦੇ ਹੈਗੇ ਨੇਗੇ। ਓਕੇ, ਸੋ ਇਹਨਾਂ ਦੇ ਥਰੂ ਜਿਹੜਾ ਕਹਿ ਸਕਦੇ ਹਾਂ ਵਿਚਾਰਾਂ ਦੀ ਜਿਹੜੀਆਂ ਕਿਸਮਾਂ ਨੇ ਅਤੇ ਇਹਨਾਂ ਦੇ ਥਰੂ ਇੱਕ ਬੱਚਾ ਜਿਹੜਾ ਉਹ ਆਪਣੀ ਕਮਿਊਨੀਕੇਸ਼ਨ ਜਿਹੜਾ ਹੈ ਕਰ ਪਾਉਂਦਾ ਹੈ। ਸੋ ਇਹ ਸੀਗਾ ਦਾ ਸਾਡਾ ਟੌਪਿਕ, ਜਿਸ ਦੇ ਵਿੱਚ ਲੈਂਗੁਏਜ ਐਂਡ ਥਾਟ ਨੂੰ ਲੈ ਕੇ ਅਸੀਂ ਡਿਸਕਸ ਕੀਤਾ। ਛੋਟਾ ਜਿਹਾ ਟੌਪਿਕ ਸੀ ਬਟ ਬਹੁਤ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਉਮੀਦ ਕਰਦਾ ਹਾਂ ਕਿ ਸਾਰਿਆਂ ਦੇ ਲਈ ਸੈਸ਼ਨ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।